अस्सलाम वालेकुम। 4 दिन ਦੀ ਚਾਂਦਣੀ ਤੇ ਫਿਰ ਅੰਧੇਰੀ ਰਾਤ। ਇਹ ਤੇ ਹਰ ਬੰਦੇ ਨੂੰ ਪਤਾ ਹੈ ਇਸ ਗੱਲ ਦਾ ਕਿ ਇਹ ਜ਼ਿੰਦਗੀ ਫਾਨੀ ਹੈ ਔਰ ਇਹਨੇ ख़त्म ਹੋ ਜਾਣਾ ਹੈ। ਔਰ ਇਸ ਦੁਨੀਆ ਦੇ ਉੱਤੇ ਅਸੀਂ ਕਿਸ ਮਕਸਦ ਵਾਸਤੇ ਆਏ ਹਾਂ, ਉਹ ਦੁਨੀਆ ਦੇ ਉੱਤੇ ਅਸੀਂ ਕੀ ਕਰਨੇ ਆ ਪਏ, ਉਹ ਸਵੇਰ ਤੋਂ ਲੈ ਕੇ ਸ਼ਾਮ ਤੜੀ ਅਸੀਂ ਸਵਾਏ ਝੂਠ ਦੇ, ਸਵਾਏ ਘੱਟ ਤੋਲਣ ਦੇ, ਸਵਾਏ ਕਿਸੇ ਲੋਕਾਂ ਦੇ ਗਿਲਿਆਜ਼ਾਰੀ ਦੇ, ਉਹ ਲੋਕਾਂ ਦੇ ਨਾਲ ਦਾਅਬਾਜ਼ੀ ਦੇ, ਇੱਥੇ ਕਈ 70 80 90% ਐਸੇ ਲੋਕ ਨੇ ਜਿਨ੍ਹਾਂ ਦਾ ਰਿਜ਼ਕ ਦਾ ਜ਼ਰੀਆ ਹੀ ਝੂਠ ਹੈ ਕਿ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦਾ ਇਹੀ ਕੰਮ ਹੈ ਕਿ ਬਈ ਝੂਠ ਮਾਰ ਕੇ ਤੇ ਜਿਹੜੀ ਅਸਲ ਗੱਲ ਹੈ ਉਹਦੀ ਜਿਹੜੀ ਪਛਾਣ ਹੈ, ਜਿਹੜੀ ਬੇਸ ਹੈ, ਉਹਨੂੰ ਛੁਪਾ ਕੇ ਤੇ ਅਸਲ ਨੂੰ ਜਿਹੜਾ ਉਹ ਨਾ ਦੱਸਣਾ ਤੇ ਜਿਹੜਾ ਝੂਠ ਹੈ ਉਹਦੇ ਉੱਤੇ ਫੋਕਸ ਰੱਖਣਾ ਔਰ ਬੰਦਿਆਂ ਨੂੰ ਮੁਤਮਿਨ ਕਰਕੇ। ਉਹ ਬੰਦਿਆਂ ਨੇ ਲਬਾਦਾ ਉੜਿਆ ਹੈ ਕਿ ਕਈਆਂ ਬੰਦਿਆਂ ਨੇ ਦਾੜੀ ਵੀ ਰੱਖੀ ਹੈ, ਕਈਆਂ ਬੰਦਿਆਂ ਨੇ ਨਮਾਜ਼ਾਂ ਵੀ ਪੂਰੀਆਂ ਪੜ੍ਹਦੇ ਨੇ, ਰੋਜ਼ੇ ਵੀ ਰੱਖਦੇ ਨੇ, ਸਾਰਾ ਕੋਈ, ਲੇਕਿਨ ਅੰਦਰ ਦੀ ਜਿਹੜੀ ਮੈਲ ਹੈ ਉਹ ਉੱਥੇ ਦੀ ਉੱਥੇ ਹੀ ਹੈ। ਥੋੜ੍ਹੀ ਜਿਹੀ ਜ਼ਿੰਦਗੀ ਹੈ ਝੂਠੀਆਂ ਗਵਾਹੀਆਂ ਦੇ ਕੇ, ਝੂਠੀਆਂ ਸ਼ਹਾਦਤਾਂ ਤੇ ਅਨਾਹ ਦਾ ਮਸਲਾ ਬਣਾ ਕੇ ਔਰ ਆਪਣੀ ਸਿਰਫ ਚੰਦ ਦਿਨਾਂ ਦੀ ਜ਼ਿੰਦਗੀ, ਥੋੜ੍ਹੇ ਦਿਨਾਂ ਦੀ ਜ਼ਿੰਦਗੀ, ਉਹਦੇ ਵਾਸਤੇ ਇੱਕ ਗਹਿਰਾ ਔਰ ਸਮਝ ਲਓ ਕਿ ਖੱਡਾ ਖੋਦਣੇ ਵਾਸਤੇ ਅਸੀਂ ਆਪਣੇ ਆਪ ਨੂੰ 24 ਘੰਟੇ ਐਸੇ ਗੱਲ 'ਚ ਰੱਖਦੇ ਹਾਂ ਕਿ ਮੇਰੀ ਗੱਲ ਵੱਡੀ ਹੋਣੀ ਚਾਹੀਦੀ। ਅਸੀਂ ਜਿੱਥੇ ਜਾਂਦੇ ਹਾਂ, ਜਿਸ ਦਫ਼ਤਰ 'ਚ ਜਾਂਦੇ ਹਾਂ ਜਾਂ ਜਿਸ ਜਗ੍ਹਾ ਦੇ ਉੱਤੇ ਜਾਂ ਜਿਸ ਘਰ ਦੇ ਵਿੱਚ ਜਾਂ ਜਿਸ ਮਜਲਿਸ, ਜਿੱਥੇ ਵੀ ਅਸੀਂ ਸਮਝਦੇ ਹਾਂ ਕਿ ਬਈ ਸਾਡੇ ਤੋਂ ਅੱਗੇ ਕੋਈ ਬੰਦਾ ਨਹੀਂ ਔਰ ਅਸੀਂ ਜੋ ਜਾਣਦੇ ਹਾਂ ਉਹ ਕੋਈ ਬੰਦਾ ਨਹੀਂ ਜਾਣਦਾ। ਹਾਲਾਂਕਿ ਥੋੜ੍ਹੀ ਜਿਹੀ ਜ਼ਿੰਦਗੀ ਹੈ, ਇਹਦੇ ਵਿੱਚ ਅਗਰ ਤੁਸੀਂ ਸੱਚੇ ਵੀ ਹੋ, ਹੱਕ 'ਤੇ ਵੀ ਹੋ, ਅਤੇ ਅੱਲਾ ਕਹਿੰਦਾ ਕਿ ਜਦੋਂ ਤੁਸੀਂ ਮਾफ़ ਕਰ ਦਿੰਦੇ ਹੋ ਜਾਂ ਤੁਸੀਂ ਤੁਹਾਡੇ ਜ਼ਿਹਨ 'ਚ ਇਹ ਹੁੰਦਾ ਹੈ ਕਿ ਮੈਂ ਹੱਕ 'ਤੇ ਹਾਂ ਔਰ ਇਹ ਬੰਦਾ ਹੱਟ ਧਰਮ ਹੈ ਔਰ ਨਹੀਂ ਮੰਨਦਾ ਪਿਆ ਔਰ ਇਹਨੂੰ ਮਨਾਉਣਾ ਮੇਰਾ ਜ਼ਰੂਰੀ ਨਹੀਂ ਕਿ ਬਈ ਇਹਨੂੰ ਮੈਂ ਮਨਾਵਾਂ ਔਰ ਇਹਨੂੰ ਮੈਂ ਜ਼ੇਰ ਕਰਾਂ ਅਤੇ ਉਹਦੇ ਨਾਲ ਮੈਂ ਆਪਣੀ ਜਿਹੜੀ ਮੇਰੀ ਇੱਜ਼ਤ ਹੈ ਉਹ ਵੀ ਤਾਰ ਹੋ ਜੇ। ਉਹਦੇ ਤੋਂ ਪਹਿਲਾਂ ਕਿ ਚੰਦ ਇੱਕ ਗੱਲਾਂ ਜਿਹੜੀ ਵੱਡੇ ਬੰਦੇ ਪਹਿਲਾਂ ਲਾਂਭਾ ਦਿੰਦੇ ਸਨ, ਕਿਸੇ ਦੇ ਘਰ ਜਾਣਾ ਬੜੇ ਦਾਅਵੇ ਨਾਲ ਤੇ ਉਹਨੂੰ ਦੱਸਣਾ ਵੀ ਤੇਰਾ ਨਿਆਣਾ ਨੇ ਇਹ ਗਲਤੀ ਕੀਤੀ ਹੈ ਜਾਂ ਮੇਰਾ ਨੁਕਸਾਨ ਕੀਤਾ ਸੂ, ਮੇਰੇ ਬੱਚੇ ਦਾ, ਮੇਰੀ ਫਸਲ ਦਾ, ਮੇਰੇ ਡੰਗਰ ਦਾ, ਮੇਰੇ ਕੋਈ ਵੀ ਕਿਸੇ ਗੱਲ ਦਾ, ਤੇ ਉਹ 100% ਸੱਚੀ ਗੱਲ ਮੰਨੀ ਜਾਂਦੀ ਸੀ ਕਿਉਂਕਿ ਉਹ ਬੰਦਾ ਜਾਂਦਾ ਹੀ ਉਦੋਂ ਸੀ ਜਦੋਂ ਵਾਕਿਆ ਹੀ ਉਹਦੇ ਕੋਲ ਸਬੂਤ ਵੀ ਹੁੰਦਾ ਸੀ ਔਰ ਉਹ ਜਿਹੜੀ ਗੱਲ ਮੂੰਹ 'ਚੋਂ ਕੱਢਦਾ ਸੀ ਉਹ ਸੱਚੀ ਤੇ ਖਰੀ ਔਰ ਉਹਨੂੰ ਆਪਣਾ ਨਿਆਣਾ ਸਮਝਦਾ ਸੀ ਔਰ ਉਹਨੂੰ ਸਮਝਾਉਣ ਵਾਸਤੇ ਉਹ ਅਗਲੇ ਦੇ ਘਰ ਲਾਂਭਾ ਲੈ ਕੇ ਜਾਂਦਾ ਸੀ ਤੇ ਮਾਂ ਪਿਓ ਦਾ ਬਗੈਰ ਸੋਚੇ ਸਮਝੇ, ਬਗੈਰ ਤਹਿਕੀਕ ਕੀਤੇ ਆਪਣੇ ਨਿਆਣੇ ਨੂੰ ਫੈਂਟੀ ਵੀ ਲਾਉਂਦੇ ਸੀ, ਤਰਾਂਦੇ ਵੀ ਸੀ, ਸਮਝਾਉਂਦੇ ਵੀ ਸੀ ਇਸ ਵਾਸਤੇ ਕਿ ਬਈ ਤੇਰਾ ਲਾਂਭਾ ਆਇਆ ਤੇ ਅੱਗੋਂ ਨਹੀਂ ਆਉਣਾ ਚਾਹੀਦਾ। ਔਰ ਉਹ ਬੱਚੇ ਵੀ ਸਮਝਦੇ ਸੀ ਔਰ ਬੜੇ ਡਰਦੇ ਸਨ ਕਿ ਅਗਰ ਲਾਂਭਾ ਆ ਗਿਆ ਤੇ ਮੈਨੂੰ ਮੇਰੇ ਮਾਂ ਨੇ ਜਾਂ ਮੇਰੇ ਪਿਓ ਨੇ ਜਾਂ ਮੇਰੇ ਲੱਗਦੇ ਨੇ, ਮੇਰੇ ਚਾਚੇ ਨੇ, ਵੱਡੇ ਨੇ ਤਰਾਣਾ ਹੈ, ਤੇ ਉਸ ਤਰਾਣ ਦਾ ਬੜਾ ਡਰ ਹੁੰਦਾ ਸੀ। ਜਦਕਿ ਹੁਣ ਅਗਰ ਕਿਸੇ ਬੱਚੇ ਨੂੰ ਤੁਸੀਂ ਤਰਾਂਦੇ ਹੋ ਤੇ ਅੱਗੋਂ 500 ਐਸੇ ਸਵਾਲ ਕਰੇਗਾ ਕਿ ਤੁਹਾਡੇ ਕੋਲ ਉਹਦਾ ਜਵਾਬ ਨਹੀਂ ਹੋਣ ਲਈ, ਉਹਨੇ ਐਸਾ ਅੱਗੋਂ ਜਵਾਬ ਘੜਿਆ ਹੋਵੇਗਾ ਕਿ ਤੁਸੀਂ ਸਮਝੋਗੇ ਕਿ ਇਹ ਸਹੀ ਹੈ ਤੇ ਜਿਹੜਾ ਲਾਂਭਾ ਦੇਣ ਵਾਲਾ ਉਹ ਝੂਠਾ ਹੈ। ਉਹਦੀ ਵਜ੍ਹਾ ਇਹ ਹੀ ਹੈ ਕਿ ਹੁਣ ਅਸੀਂ ਬੱਚਿਆਂ ਨੂੰ ਤਾਲੀਮ ਦਿੰਦੇ ਹਾਂ ਤੇ ਉਹਦੇ ਵਿੱਚ ਉਹਨਾਂ ਦੀ ਤਰਬੀਅਤ ਨਹੀਂ ਕਰਦੇ। ਤਾਲੀਮ ਦੇਣਾ ਗੁਨਾਹ ਨਹੀਂ ਹੈ ਵੀ, ਲੇਕਿਨ ਤਰਬੀਅਤ ਜਿਹੜੀ ਹੈ ਉਹ ਅਸੀਂ ਕਹਿੰਦੇ ਹਾਂ ਕਿ ਵੀ ਕੋਈ ਲੋਕ ਦੇਣ ਤੇ ਜਿਹੜੀ ਲੋਕਾਂ ਦੀ ਦਿੱਤੀ ਹੋਈ ਤਰਬੀਅਤ ਹੈ ਉਹ ਫਿਰ ਉਸੇ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਸਾਡੇ ਹੀ ਅੱਗੇ ਆਉਂਦੀ। ਇੱਕ ਮੱਛੀ ਛੋਟੀ ਮੱਛੀ ਨੂੰ ਦੇਖਦੀ ਹੈ ਕਿ ਬਈ ਉਹ ਤੈਰ ਰਹੀ ਹੈ, ਖੇਡ ਰਹੀ ਹੈ ਔਰ ਇੱਕ ਸ਼ਿਕਾਰੀ ਨੇ ਖੁੰਡੀ ਸੱਟੀ ਹੈ ਬਾਹਰੋਂ ਗੋਸ਼ਤ ਲਾ ਕੇ, ਅਤੇ ਉਹ ਭਈ ਉਹਨੂੰ ਮਨਾ ਕਰਦੀ ਹੈ ਕਿ ਬਈ ਇਸ ਖੁੰਡੀ ਦੇ ਉੱਤੇ ਲੱਗਿਆ ਹੋਇਆ ਗੋਸ਼ਤ ਤੇਰੀ ਜਾਨ ਨੂੰ ਖਤਰੇ ਵਿੱਚ ਪਾ ਦੇਗਾ ਕਿ ਅਗਰ ਤੂੰ ਇਹਨੂੰ ਗੋਸ਼ਤ ਨੂੰ ਖਾਧਾ ਤੇ ਇਹ ਸ਼ਿਕਾਰੀ ਜਿਹੜਾ ਬਾਹਰ ਬੈਠਾ ਹੈ ਉਹ ਤੈਨੂੰ ਬਾਹਰ ਕੱਢੇਗਾ ਔਰ ਉਹਦੇ ਛੋਟੇ ਛੋਟੇ ਟੁਕੜੇ ਕਰੇਗਾ, ਤੈਨੂੰ ਅੱਗ ਦੇ ਉੱਤੇ ਰੱਖੇਗਾ ਔਰ ਤੈਨੂੰ ਖਾ ਜਾਏਗਾ। ਅਤੇ ਉਹ ਛੋਟੀ ਮਛਲੀ ਉਹਨੂੰ ਦੇਖ ਕੇ ਤੇ ਆਖਦੀ ਹੈ ਕਿ ਬਈ ਤੈਨੂੰ ਪਤਾ ਨਹੀਂ, ਤੂੰ ਹੁਣ ਵਡੇਰੀ ਹੋ ਗਈ ਹੈ, ਤੇਰਾ ਦਿਮਾਗ ਹੁਣ ਕੰਮ ਨਹੀਂ ਕਰਦਾ ਹੈ ਵੀ, ਮੈਂ ਤਾਂ ਸਾਰੇ ਪਾਸੇ ਫਿਰ ਕੇ ਦੇਖ ਲਿਆ ਕਿ ਕਿਸੇ ਪਾਸੇ ਨਾ ਕੋਈ ਸ਼ਿਕਾਰੀ ਹੈ, ਨਾ ਕੋਈ ਅੱਗ ਹੈ, ਨਾ ਕੋਈ ਛੁਰੀ ਹੈ, ਨਾ ਕੋਈ ਮੈਨੂੰ ਵੱਢਣ ਦਾ ਤਰੀਕਾ ਹੈ, ਅਤੇ ਤੂੰ ਆਪ ਵੀ ਨਹੀਂ ਖੇਡਦੀ ਅਤੇ ਨਾਲ ਸਾਨੂੰ ਵੀ ਨਹੀਂ ਖੇਡਣ ਦਿੰਦੀ, ਆਪ ਵੀ ਤੂੰ ਇੰਜੋਏ ਨਹੀਂ ਕਰਦੀ ਅਤੇ ਸਾਨੂੰ ਵੀ ਨਹੀਂ ਕਰਨ ਦਿੰਦੀ, ਅਤੇ ਲਿਹਾਜ਼ਾ ਉਹਦੀ ਬਗੈਰ ਗੱਲ ਸੁਣੇ ਤੂੰ ਇੱਧਰ ਉੱਧਰ ਫਿਰ ਕੇ ਤੇ ਉਹਨੇ ਜਿਉਂ ਹੀ ਉਹ ਕੁੰਡੀ ਜਿਹੜੀ ਹੈ ਜਾਂ ਉਹ ਗੋਸ਼ਤ ਦਾ ਲੋਥੜਾ ਜਿਹੜਾ ਉਹ ਮੂੰਹ ਦੇ ਵਿੱਚ ਪਾਇਆ ਅਤੇ ਇਹਨੇ 'ਚ ਉਹਨੂੰ ਉਹ ਕੁੰਡੀ ਉਹਦੇ ਮੂੰਹ 'ਚ ਜਦੋਂ ਫਸ ਜਾਂਦੀ ਹੈ ਅਤੇ ਸ਼ਿਕਾਰੀ ਬਾਹਰ ਖਿੱਚਦਾ ਤੇ ਫਿਰ ਉਹਨੂੰ ਯਾਦ ਆਉਂਦਾ
ਕਿ ਉਹਨੇ ਤਾਂ ਮੈਨੂੰ ਸਹੀ ਮੱਤ ਦਿੱਤੀ ਸੀ, ਲੇਕਿਨ ਉਸ ਵਕਤ ਗੁਜ਼ਰ ਗਿਆ ਹੁੰਦਾ ਹੈ, ਔਰ ਉਸ ਵਕਤ ਨੂੰ ਸਿਵਾਏ ਪਛਤਾਣ ਦੇ ਉਹਦੇ ਕੋਲੇ ਹੋਰ ਕੋਈ ਚਾਰਾ ਨਹੀਂ ਹੁੰਦਾ। ਇਹ ਇੱਕ ਮਿਸਾਲ ਹੈ ਕਿ ਸਿਆਣੇ ਜਿਹੜੀ ਗੱਲ ਕਹਿਣ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਉਹਦੇ ਪਿੱਛੇ ਅੱਜ ਨਹੀਂ ਤੇ 10 ਸਾਲਾਂ ਬਾਅਦ ਵੀ ਰਾਜ਼ ਛੁਪਿਆ ਹੋਵੇਗਾ, ਔਰ ਵਾਕਈ ਉਹ ਸੱਚੀ ਗੱਲ ਹੋਵੇਗੀ, ਕਿਉਂਕਿ ਉਹਨਾਂ ਨੇ ਜ਼ਿੰਦਗੀ ਹੰਡਾਈ ਹੁੰਦੀ ਹੈ। ਉਹਨਾਂ ਨੂੰ ਪਤਾ ਹੁੰਦਾ ਕਿ ਫਲਾਣਾ ਬੰਦਾ ਕਿਸ ਕੈਟਾਗਰੀ ਦਾ, ਔਰ ਉਹਦੇ ਵਿੱਚ ਜਿਹੜਾ ਖੂਨ ਦੌੜ ਰਿਹਾ ਔਰ ਕਿਸ ਬੰਦੇ ਦਾ, ਔਰ ਉਹ ਬੰਦਾ ਕਿਸ ਤਰ੍ਹਾਂ ਦਾ ਸੀ, ਕਿਉਂਕਿ ਉਹਨਾਂ ਨੇ 20 ਸਾਲ 50 ਸਾਲ ਉਹਨਾਂ ਦੇ ਨਾਲ ਹੰਡਾਏ ਹੁੰਦੇ ਨੇ। ਅਤੇ ਸਿਆਣਿਆਂ ਦੀ ਗੱਲ ਨੂੰ ਜਦੋਂ ਅਸੀਂ ਨਹੀਂ ਮੰਨਦੇ ਤੇ ਫਿਰ ਆਖਰ 'ਤੇ ਸਾਡਾ ਇੰਨਾ ਨੁਕਸਾਨ ਹੁੰਦਾ ਕਿ ਅਸੀਂ ਜਾਨ ਤੋਂ ਵੀ ਹੱਥ ਧੋ ਬਹਿੰਦੇ ਹਾਂ, ਅਤੇ ਮਾਲ ਤੋਂ ਵੀ ਹੱਥ ਧੋ ਬਹਿੰਦੇ ਹਾਂ, ਅਤੇ ਇੱਜ਼ਤ ਤੋਂ ਵੀ ਹੱਥ ਧੋ ਬਹਿੰਦੇ ਹਾਂ, ਅਤੇ ਫਿਰ ਸਾਡੇ ਕੋਲ ਪਛਤਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ। ਅਤੇ ਬਿਹਤਰ ਹੈ ਵੀ ਉਹਨਾਂ ਸਿਆਣਿਆਂ ਦੀ ਗੱਲ ਸੁਣ ਕੇ ਸਮਝ ਕੇ, ਅਤੇ ਵਕਤੀ ਤੌਰ 'ਤੇ ਅਗਰ ਨੁਕਸਾਨ ਹੁੰਦਾ ਵੀ ਹੈ ਤਾਂ ਉਹ ਬਰਦਾਸ਼ਤ ਕਰ ਲਓ, ਤਾਂ ਕਿ ਸਾਰੀ ਜ਼ਿੰਦਗੀ ਵਾਸਤੇ ਇਹਦੇ ਤੋਂ ਬਚਿਆ ਜਾ ਸਕੇ।